ਇਹਨਾਂ 2.5 ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਲੱਗਾ ਨਹੀਂ ਹੈ ਕਿ ਧਾਲੀਵਾਲ ਹੋਰਾਂ ਨੇ ਕੋਈ ਉਹ ਪਰਫਾਰਮੈਂਸ ਦਿੱਤੀ ਹੈ ਜਿਹਦੇ ਨਾਲ ਤੁਸੀਂ ਮੁਤਫਿਕ ਹੋ ਸਕੋ। ਕੌਣ ਜਾਣਦਾ ਸੀ ਧਾਲੀਵਾਲ ਸਾਹਿਬ ਕੀ ਹੈ? ਪੋਲੀਟੀਕਲ ਫੀਲਡ ਦਾ ਕੀ ਪਤਾ ਧਾਲੀਵਾਲ ਸਾਹਿਬ ਨੂੰ? ਉਹਨੂੰ ਕੀ ਪਤਾ ਸੀ ਕਿਹੜੇ ਮਹੱਲੇ 'ਚ ਕੀ ਹੈ? ਉਹਨੂੰ ਕੀ ਪਤਾ ਸੀ ਕਿਹੜੇ ਪਿੰਡ 'ਚ ਕੀ ਹੈ? ਕਾਂਗਰਸ ਵਰਕਰਸ ਨੇ ਕੋਲੋਂ ਪੈਸੇ ਖਰਚ ਕੇ ਧਾਲੀਵਾਲ ਨੂੰ ਜਿਤਾਇਆ। ਅੱਜ ਉਹੀ ਧਾਲੀਵਾਲ ਪਤਾ ਹੀ ਨਹੀਂ ਕਾਂਗਰਸ ਕਿੱਥੇ ਹੈ ਉਹਨੂੰ। ਕਾਂਗਰਸ ਦੇ ਪੰਜਾਬ ਪ੍ਰਧਾਨ ਤਾਂ ਥਾਪੜਾ ਦੇ ਕੇ ਗਏ ਧਾਲੀਵਾਲ ਹੋਰਾਂ ਨੂੰ। ਜੇ ਕੈਂਡੀਡੇਟ ਮਾੜਾ ਉਹਨੂੰ ਬਦਲ ਦਿਓ, ਕਾਂਗਰਸ ਦਾ ਹੋਰ ਦੇ ਦਿਓ। ਕਾਂਗਰਸ ਜਿੱਤਣੀ ਚਾਹੀਦੀ ਹੈ। ਕਿ ਕਾਂਗਰਸ ਨੂੰ ਕੋਈ ਹੋਰ ਨਹੀਂ ਹਰਾਉਂਦਾ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ ਤੇ ਉਹੀ ਕੰਮ ਹੋ ਰਿਹਾ ਹੈ। ਕਾਂਗਰਸ ਨੂੰ ਜਿੰਦੀ ਰੱਖਣ ਲਈ ਸਾਰੇ ਸਾਥੀ ਚਾਹੀਦੇ ਆ ਨਾਲ। 4 ਬੰਦੇ ਚੁਣ ਕੇ ਕਾਂਗਰਸ ਨਹੀਂ ਜੇ ਚੱਲਣੀ। ਧਾਲੀਵਾਲ ਨਹੀਂ ਪਸੰਦ, ਉਹਦਾ ਕੰਮ ਨਹੀਂ ਪਸੰਦ, ਕਿਹੜੀ ਚੀਜ਼ ਹੈ ਜਿਹੜੀ ਚੀਜ਼ ਕਹਿੰਦੀ ਹੈ ਤੁਹਾਨੂੰ ਕਿ ਨਹੀਂ ਟਿਕਟ ਇਸ ਵਾਰੇ ਨੂੰ ਨਹੀਂ ਮਿਲਣੀ ਚਾਹੀਦੀ? ਸਰਵੇ ਰਿਪੋਰਟਾਂ ਸਾਰੀਆਂ ਨੈਗੇਟਿਵ ਗਈਆਂ, ਸਭ ਕੁਝ ਨੈਗੇਟਿਵ ਗਿਆ। ਮੈਨੂੰ ਨਹੀਂ ਪਤਾ ਇਹਨੇ ਕਿੱਦਾਂ ਮੈਨੇਜ ਕੀਤਾ, ਕਿੱਦਾਂ ਨਹੀਂ ਕੀਤਾ। ਜੇ ਨਹੀਂ ਤਬਦੀਲ ਕੀਤਾ ਜਾਂਦਾ ਕੈਂਡੀਡੇਟ ਫਿਰ ਕੀ ਕਰੋਗੇ? ਫਿਰ ਅੱਜ ਅਸੀਂ ਤੁਹਾਨੂੰ ਕਹਿਤਾ 11 ਮੈਂਬਰੀ ਕਮੇਟੀ ਬਣਾਈ ਹੈ, ਜੋ ਕਮੇਟੀ ਦਾ ਫੈਸਲਾ ਹੋਊਗਾ ਫੈਸਲਾ ਹੋਊਗਾ। ਸਾਨੂੰ ਦੁੱਖ ਇਹ ਆ ਕਿ ਅਸੀਂ ਗਲਤ ਬੰਦੇ ਦੀ ਮਦਦ ਕਰਕੇ ਅਸੀਂ ਫਗਵਾੜੇ ਨੂੰ ਭ੍ਰਸ਼ਟ ਵਿਵਸਥਾ ਦੇ ਵਿੱਚ ਧਕੇਲਤਾ। ਧਾਲੀਵਾਲ ਹੋਰਾਂ ਦੇ ਪੱਖ 'ਚ ਵੋਟ ਭੁਗਤਾਓਗੇ ਜਾਂ ਕਿਸੇ ਵਿਰੋਧੀ ਪਾਰਟੀ ਦੇ ਪੱਖ ਦੇ ਵਿੱਚ ਵੋਟ ਭੁਗਤਾਓਗੇ? ਇਸੇ ਕਰਕੇ 11 ਮੈਂਬਰੀ ਕਮੇਟੀ ਬਣਾਈ ਗਈ ਆ ਕਿ ਉਹ ਇਹ ਤੈਅ ਕਰਨ ਕਿ ਕਿਸ ਬੰਦੇ ਨੂੰ ਜਿਤਾਉਣਾ ਜਿਹੜਾ ਫਗਵਾੜੇ ਨੂੰ ਸਹੀ ਦਸ਼ਾ ਔਰ ਦਿਸ਼ਾ ਦੇ ਸਕੇ। ਕਹਿਣ ਨੂੰ ਤਾਂ ਜਿਵੇਂ ਹੀ ਚੋਣ ਤਰੀਕ ਨੇੜੇ ਆਈ ਆ ਤੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਕੈਂਡੀਡੇਟ ਨੂੰ ਮਜ਼ਬੂਤ ਕਰਨ ਤੇ ਲੱਗੀਆਂ ਹੋਈਆਂ ਨੇ, ਪਰ ਕਾਂਗਰਸ ਦੀ ਜਿਵੇਂ 86 ਉਮੀਦਵਾਰਾਂ ਦੀ ਲਿਸਟ ਆਉਂਦੀ ਤਾਂ ਕਈ ਇਹੋ ਜਿਹੇ ਹਲਕੇ ਨਿਕਲ ਕੇ ਬਾਹਰ ਆਉਂਦੇ ਆ ਜਿੱਥੇ ਕਾਂਗਰਸ ਦੀ ਬਗਾਵਤ, ਪਾਟੋ ਧਾੜ ਤੇ ਚੁਣੇ ਗਏ ਐਲਾਨੇ ਗਏ ਉਮੀਦਵਾਰ ਦੇ ਖਿਲਾਫ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋ ਗਈ। ਉਹਦੇ ਵਿੱਚੋਂ ਇੱਕ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜੇ ਤੋਂ, ਜਿਨ੍ਹਾਂ ਦੇ ਖਿਲਾਫ ਹੁਣ ਕਾਂਗਰਸੀ ਲਾਮਬੱਧ ਹੋਣੇ ਸ਼ੁਰੂ ਹੋ ਗਏ ਆ। ਉਹਨਾਂ ਨੇ ਇੱਕ ਫਗਵਾੜਾ ਬਚਾਓ ਮੰਚ ਬਣਾਇਆ, ਉਹਨੂੰ ਫਗਵਾੜਾ ਬਚਾਓ ਕਹਿ ਲਓ ਜਾਂ ਫਗਵਾੜੇ ਦੇ ਵਿੱਚ ਕਾਂਗਰਸ ਬਚਾਓ ਮੰਚ ਕਹਿ ਲਓ। ਸੋ ਮੰਚ ਬਣਾਇਆ। ਫਗਵਾੜੇ ਦੇ ਵਿੱਚ ਉੱਘੇ ਕਾਂਗਰਸੀ ਲੀਡਰ ਨੇ ਹਰਜੀਤ ਸਿੰਘ ਹੋਰੀ, ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਹਰਜੀਤ ਜੀ, ਅੱਜ ਇੱਕ ਇਕੱਠ ਕੀਤਾ, ਇਹਦੇ ਤੋਂ ਪਹਿਲਾਂ ਵੀ ਕੁਝ ਮੀਟਿੰਗਾਂ ਕੀਤੀਆਂ ਗਈਆਂ। ਬਲਵਿੰਦਰ ਸਿੰਘ ਧਾਲੀਵਾਲ ਦੀ ਟਿਕਟ ਨੂੰ ਲੈ ਕੇ ਨਾਰਾਜ਼ਗੀ ਆ, ਪਾਟੋ ਧਾੜ ਹੋਈ ਪਈ ਆ। ਕਾਂਗਰਸ ਕਹਿਣ ਨੂੰ ਫਗਵਾੜਾ ਬਚਾਓ ਮੰਚ ਹੈ, ਹੁਣ ਫਗਵਾੜਾ ਬਚਾਓ ਆ ਜਾਂ ਪਾਰਟੀ ਬਚਾਓ ਮੰਚ ਆ, ਪਹਿਲਾਂ ਇਹ ਦੱਸ ਦਿਓ। ਦੇਖੋ ਪਾਟੋ ਧਾੜ ਕੋਈ ਨਹੀਂ, ਕਾਂਗਰਸ ਇਕੱਠੀ ਹੈ। ਡੈਮੋਕ੍ਰੈਟਿਕ ਪਾਰਟੀ ਹੈ ਸਾਡੀ, ਡੈਮੋਕ੍ਰੈਟਿਕ ਦੇਸ਼ ਹੈ ਸਾਡਾ ਜੀ। ਕੈਂਡੀਡੇਟ ਅਸੀਂ ਵੀ ਪੁੱਟ ਕਰ ਸਕਦੇ ਹਾਂ, ਤੁਸੀਂ ਵੀ ਕਰ ਸਕਦੇ ਹੋ। ਮੈਨੂੰ ਕਾਂਗਰਸ ਟਿਕਟ ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਵੀ ਆਰ ਨਾਟ ਫਾਰ ਧਾਲੀਵਾਲ। ਧਾਲੀਵਾਲ ਦੀ ਜਿਹੜੀ ਜੋ ਫਗਵਾੜੇ ਦੇ ਵਿੱਚ ਪੋਜੀਸ਼ਨ ਹੈ ਉਹ ਬਹੁਤ ਅੱਛੀ ਨਹੀਂ। ਵੀ ਹੈਵ ਰਿਕੁਐਸਟਡ ਦੀ ਹਾਈ ਕਮਾਂਡ ਵੀ ਕਾਈਂਡਲੀ ਪਲੀਜ਼ ਰਿਪਲੇਸ ਦੀ ਕੈਂਡੀਡੇਟ ਇਫ ਯੂ ਵਾਂਟ ਵੀ ਫਗਵਾੜੇ ਤੋਂ ਕਾਂਗਰਸ ਮੁੜ ਕੇ ਜਿੱਤ ਜਾਏ। ਜਦੋਂ ਪਹਿਲੀ ਵਾਰ ਕੈਂਡੀਡੇਟ ਬਣਾਇਆ ਸੀ ਜ਼ਿਮਨੀ ਚੋਣ ਦੇ ਵਿੱਚ, ਦਾਅਵੇਦਾਰੀਆਂ ਉਦੋਂ ਵੀ ਬਹੁਤ ਸਾਰੀਆਂ ਸੀਗੀਆਂ। ਉਦੋਂ ਕਾਂਗਰਸ ਨੂੰ ਇਕਜੁੱਟ ਕੀਤਾ ਗਿਆ ਸੀਗਾ ਕਿ ਇਹਨਾਂ 2.5 ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਲੱਗਾ ਨਹੀਂ ਹੈ ਕਿ ਧਾਲੀਵਾਲ ਹੋਰਾਂ ਨੇ ਕੋਈ ਉਹ ਪਰਫਾਰਮੈਂਸ ਦਿੱਤੀ ਹੈ ਜਿਹਦੇ ਨਾਲ ਤੁਸੀਂ ਮੁਤਫਿਕ ਹੋ ਸਕੋ। ਕੌਣ ਜਾਣਦਾ ਸੀ ਧਾਲੀਵਾਲ ਸਾਹਿਬ ਕੀ ਹੈ? ਹੀ ਇਜ਼ ਏ ਬਿਊਰੋਕਰੈਟ, ਬੇਸਿਕਲੀ ਹੀ ਇਜ਼ ਏ ਬਿਊਰੋਕਰੈਟ। ਪੋਲੀਟੀਕਲ ਫੀਲਡ ਦਾ ਕੀ ਪਤਾ ਧਾਲੀਵਾਲ ਸਾਹਿਬ ਨੂੰ? ਅਸੀਂ ਤਾਂ ਕਾਂਗਰਸ ਹਾਈ ਕਮਾਂਡ ਨੇ ਹੁਕਮ ਦਿੱਤਾ ਵੀ ਧਾਲੀਵਾਲ ਕੈਂਡੀਡੇਟ ਹੈ, ਓਕੇ ਧਾਲੀਵਾਲ ਕੈਂਡੀਡੇਟ। ਅਸੀਂ ਐਕਸਪੈਕਟੇਸ਼ਨਸ ਦੇ ਨਾਲ ਲੋਕਾਂ ਨੇ ਜੱਫੀ ਪਾ ਕੇ ਧਾਲੀਵਾਲ ਨੂੰ ਲਿਆ। ਉਹਨੂੰ ਕੀ ਪਤਾ ਸੀ ਕਿਹੜੇ ਮਹੱਲੇ 'ਚ ਕੀ ਹੈ? ਉਹਨੂੰ ਕੀ ਪਤਾ ਸੀ ਕਿਹੜੇ ਪਿੰਡ 'ਚ ਕੀ ਹੈ? ਕਾਂਗਰਸ ਵਰਕਰਸ ਨੇ ਕੋਲੋਂ ਪੈਸੇ ਖਰਚ ਕੇ ਧਾਲੀਵਾਲ ਨੂੰ ਜਿਤਾਇਆ। ਅੱਜ ਉਹੀ ਧਾਲੀਵਾਲ ਪਤਾ ਹੀ ਨਹੀਂ ਕਾਂਗਰਸ ਕਿੱਥੇ ਹੈ ਉਹਨੂੰ। ਹੀ ਡਜ਼ਨਟ ਨੋ ਵੇਅਰ ਇਜ਼ ਦੀ ਕਾਂਗਰਸ। ਤੁਸੀਂ ਕਹਿੰਦੇ ਕਾਂਗਰਸ ਇਕਜੁੱਟ ਆ, ਕਾਂਗਰਸ ਦੇ ਪੰਜਾਬ ਪ੍ਰਧਾਨ ਤਾਂ ਥਾਪੜਾ ਦੇ ਕੇ ਗਏ ਧਾਲੀਵਾਲ ਹੋਰਾਂ ਨੂੰ। ਪੰਜਾਬ ਪ੍ਰਧਾਨ ਥਾਪੜਾ ਦੇ ਕੇ ਗਏ ਤਾਂ ਅਸੀਂ ਕੀ ਕਹਿੰਦੇ ਹਾਂ? ਅਸੀਂ ਤਾਂ ਕਹਿੰਦੇ ਹਾਂ ਕਾਂਗਰਸ ਨੂੰ ਥਾਪੜਾ ਦਿਓ। ਜੇ ਕੈਂਡੀਡੇਟ ਮਾੜਾ ਉਹਨੂੰ ਬਦਲ ਦਿਓ, ਕਾਂਗਰਸ ਦਾ ਹੋਰ ਦੇ ਦਿਓ। ਕਾਂਗਰਸ ਜਿੱਤਣੀ ਚਾਹੀਦੀ ਹੈ। ਜੇ ਸਾਡਾ ਕੋਈ ਰੌਲਾ ਕਾਂਗਰਸ ਨਾਲ ਨਹੀਂ। ਮੈਂ ਤਾਂ 60 ਸਾਲ ਦਾ ਕਾਂਗਰਸੀ ਹਾਂ। ਇਹ ਤਾਂ ਇੱਕ ਦਿਨ ਅੱਜ ਕਾਂਗਰਸ ਦਾ ਮੈਂਬਰ ਬਣੇ, ਦੂਜੇ ਦਿਨ MLA ਬਣ ਗਏ। ਹਾਊ ਡਜ਼ ਹੀ ਨੋ ਦੀ ਕਲਚਰ ਆਫ ਦੀ ਕਾਂਗਰਸ? ਮਿਸਟਰ ਧਾਲੀਵਾਲ ਉਹ MLA ਹੈ, ਠੀਕ ਹੈ, ਉਹ DC ਹੈ, ਠੀਕ ਹੈ, ਲੇਕਿਨ ਉਹ ਲੋਕਾਂ ਦਾ ਜਿਹੜਾ ਸਿਸਟਮ ਹੈ, ਲੋਕਾਂ ਦੇ ਅੰਦਰ ਵੜਨਾ ਪੈਂਦਾ, ਲੋਕਾਂ ਦੇ ਨਾਲ ਨਿੱਘ ਵੀ ਵਰਨਾ ਪੈਂਦਾ, ਧੁੱਪ ਵੀ ਸੇਕਣੀ ਪੈਂਦੀ। ਲੇਕਿਨ ਜਿਹੜਾ ਕਾਂਗਰਸੀ ਹੈ ਜਿਹਨਾਂ ਨੇ ਕੰਮ ਕੀਤਾ, ਇਹਨਾਂ ਨੂੰ 26,500 ਵੋਟ ਨਾਲ ਜਿਤਾਇਆ, ਉਹ ਰੱਬ ਦਾ ਵਾਸਤਾ ਉਹ ਹੈ ਕਿੱਥੇ? ਦੇਖੋ ਤਾਂ ਸਹੀ। ਹੁਣ ਤਾਂ ਹੋ ਰਹੀ ਕੋਈ ਤੁਹਾਡੇ ਆਲੇ ਦੁਆਲੇ ਕੋਈ BJP 'ਚੋਂ ਆ ਗਿਆ, ਕੋਈ ਅਕਾਲੀ ਦਲ 'ਚੋਂ ਆ ਗਿਆ, ਬਹੁਜਨ 'ਚੋਂ ਆ ਗਿਆ। ਇਹ ਕਿਹੜਾ ਇਕੱਠ ਕਰ ਲਿਆ ਤੁਸੀਂ?
ਨਹੀਂ ਤੁਹਾਨੂੰ ਲੱਗਦਾ ਨਹੀਂ ਹੈ ਕਿ ਜਦੋਂ ਕਾਂਗਰਸ ਦੀ ਕਲਚਰ ਦੀ ਗੱਲ ਕਰਦੇ ਹੋ, ਖੁਦ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨੇ ਇੱਕ ਵਾਰੀ ਕਹਿਤਾ ਸੀਗਾ, ਇਹ ਕਾਂਗਰਸੀ ਕਲਚਰ ਦੀ ਗੱਲ ਹੈ ਕਿ ਕਾਂਗਰਸ ਨੂੰ ਕੋਈ ਹੋਰ ਨਹੀਂ ਹਰਾਉਂਦਾ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ, ਤੇ ਉਹੀ ਕੰਮ ਹੋ ਰਿਹਾ ਆ। ਬਿਲਕੁਲ ਨਹੀਂ ਹੋ ਰਿਹਾ। ਕਾਂਗਰਸ ਨੂੰ ਨਹੀਂ ਹਰਾ ਰਹੇ। ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਵੀ ਆਰ ਨਾਟ ਅਗੇਂਸਟ ਦੀ ਕਾਂਗਰਸ। ਅਸੀਂ ਕਾਂਗਰਸ, ਮੈਂ ਤਾਂ ਕਿਹਾ ਮੈਂ ਤਾਂ ਪੈਣਾ ਕਾਂਗਰਸ ਦੀ ਕਬਰ 'ਚ ਹੈ, ਝੰਡਾ ਪੈਣਾ ਮੇਰੇ ਤੇ ਕਾਂਗਰਸ ਦਾ ਜਿੱਦਣ ਮੈਂ ਮਰਨਾ। ਇਹ ਧਾਲੀਵਾਲ ਲੱਭਣਾ ਨਹੀਂ। ਇੱਕ ਤਾਂ ਝੰਡੇ ਵਾਲਾ ਕਹਿੰਦਾ ਮੈਂ ਛੱਡ ਕੇ ਚਲ ਗਿਆ, ਝਾੜੂ ਵਾਲ ਚਲੇ ਗਿਆ। ਚਲਾ ਗਿਆ ਹੋਊਗਾ ਜੀ, ਉਹ ਉਹਦੀ ਸੋਚ ਹੈ, ਮੇਰੀ ਸੋਚ ਨਹੀਂ। ਮੈਂ ਆਈ ਡੋਂਟ ਨੋ ਅਬਾਊਟ ਹਿਮ। ਤੁਸੀਂ ਕਿਹਦੀ ਗੱਲ ਕਰਦੇ ਆਈ ਡੋਂਟ ਨੋ। ਮੈਂ ਆਪਣੀ ਗੱਲ ਕਰਦਾ। ਹਰਜੀਤ ਸਿੰਘ ਪਰਮਾਰ ਆਪਣੀ ਗੱਲ ਕਰਦਾ। ਮੈਂ ਕਾਂਗਰਸੀ ਹਾਂ, ਬੇਸਿਕ ਜੰਮਿਆ ਕਾਂਗਰਸੀ ਹਾਂ, ਮਰਨਾ ਕਾਂਗਰਸੀ ਹੈ। ਇਹ ਰਿਜ਼ਰਵ ਸੀਟ ਹੈ, ਮੇਰਾ ਕੋਈ ਹੱਕ ਨਹੀਂ ਇੱਥੇ। 52 ਤੋਂ ਪਾਰਲੀਮੈਂਟ ਰਿਜ਼ਰਵ ਹੈ ਫਗਵਾੜੇ ਦੀ, 62 ਤੋਂ ਅਸੈਂਬਲੀ ਰਿਜ਼ਰਵ ਹੈ ਫਗਵਾੜੇ ਦੀ। ਅਸੀਂ ਮਰਦੇ ਹਾਂ ਵੀ ਜਨਰਲ ਕਲਾਸ, ਜਨਰਲ ਕੈਟੇਗਰੀ। ਅਸੀਂ ਕੀ ਕਰਦੇ ਹਾਂ? ਇਹਨਾਂ ਦੀ ਸੇਵਾ ਕਰਦੇ ਹਾਂ, ਔਰ ਇਹਨਾਂ ਨੂੰ ਮੁੱਲ ਕੋਈ ਨਹੀਂ ਉਸ ਸੇਵਾ ਦਾ। ਕਾਂਗਰਸ ਨੂੰ ਜਿੰਦੀ ਰੱਖਣ ਲਈ ਸਾਰੇ ਸਾਥੀ ਚਾਹੀਦੇ ਆ ਨਾਲ। 4 ਬੰਦੇ ਚੁਣ ਕੇ ਕਾਂਗਰਸ ਨਹੀਂ ਜੇ ਚੱਲਣੀ। ਕਾਂਗਰਸ ਨੂੰ ਜਿੰਦੀ ਰੱਖਣਾ, ਤਾਲੀਬਾਲ ਬਦਲੋ। ਫਗਵਾੜੇ 'ਚ ਕਿਸੇ ਵੀ ਨੂੰ ਵੀ ਕਾਂਗਰਸ ਦਾ ਕੈਂਡੀਡੇਟ ਬਣਾ ਦਿਓ, ਕਾਂਗਰਸ ਜਿੱਤੂਗੀ ਇੱਥੋਂ। ਜੇ ਨਹੀਂ ਟਿਕਟ ਦਿੱਤੀ ਜਾਂਦੀ, ਨਹੀਂ ਬਦਲੀ ਜਾਂਦੀ, ਤਾਂ ਫਿਰ ਉਹਨਾਂ ਹਾਲਾਤਾਂ 'ਚ ਕੀ ਫੈਸਲਾ ਹੋਊਗਾ? ਕਿਹੜੀ ਉਹ ਉਸਲੇ ਦੇਖਾਂਗੇ। ਬਲਵਿੰਦਰ ਧਾਲੀਵਾਲ ਦੀ ਟਿਕਟ ਨੂੰ ਲੈ ਕੇ ਨਾਰਾਜ਼ਗੀ ਲਗਾਤਾਰ ਜਾਰੀ ਹੈਗੀ ਆ। ਕੁਝ ਕੌਂਸਲਰ ਤੇ ਜ਼ਿਲ੍ਹਾ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਹੋਰੀ ਵੀ, ਦੀਪਾ ਹੋਰੀ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਜਦੋਂ ਸਿੱਧੂ ਹੋਰਾਂ ਦੀ ਰੈਲੀ ਸੀਗੀ, ਜਦੋਂ ਬਾਂਹ ਖੜੀ ਕਰਵਾਈ ਸੀ, ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਵਾਰੀ ਗੱਲਬਾਤ ਵੀ ਕੀਤੀ ਸੀਗੀ, ਤੇ ਤੁਸੀਂ ਇਹ ਕਿਹਾ ਸੀਗਾ ਕਿ ਇਹ ਰੈਲੀ ਵਿਧਾਇਕ ਹੋਰਾਂ ਦੀ ਹੈ, ਕਾਂਗਰਸ ਦੀ ਰੈਲੀ ਨਹੀਂ ਹੈ। ਅੱਜ ਕਿਹਦੀ ਰੈਲੀ ਸੀ? ਅੱਜ ਕਿਹਦੀ ਮੀਟਿੰਗ ਸੀ? ਅੱਜ ਕਾਂਗਰਸ ਦਾ ਇਕੱਠ ਸੀਗਾ ਜਾਂ ਕਿਸੇ ਹੋਰ ਦਾ ਇਕੱਠ ਸੀ? ਦਲਜੀਤ ਰਾਜੂ ਦਾ ਇਕੱਲੇ ਦਾ ਇਕੱਠ ਸੀ? ਸਭ ਤੋਂ ਪਹਿਲਾਂ ਤਾਂ ਜਸਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਸਾਡੀ ਆਵਾਜ਼ ਜਿਹੜੀ ਆ ਵਰਲਡ ਦੇ ਵਿੱਚ ਪਹੁੰਚਾ ਰਹੇ ਆ। ਜਿਹੜੀ ਅੱਜ ਮੀਟਿੰਗ ਆ, ਇਹ ਕਾਂਗਰਸ ਦੀ ਮੀਟਿੰਗ ਆ। ਇਹਦੇ ਵਿੱਚ ਨਾ ਤਾਂ ਕੋਈ ਨਰੇਗਾ ਤੋਂ ਆਇਆ, ਨਾ ਕੋਈ ਸੈਲਰਾਂ 'ਚੋਂ ਆਇਆ, ਤੇ ਨਾ ਕੋਈ ਪੀੜ ਆ। ਸਾਰੇ ਜਿਹੜੇ ਅਸਲੀ ਕਾਂਗਰਸੀ ਆ। ਮਤਲਬ ਇਹ ਮੰਨਦੇ ਹੋ ਕਿ ਕਾਂਗਰਸੀ ਪੇੜ ਭੀੜ ਲੈ ਕੇ ਜਾਂਦੇ ਰੈਲੀਆਂ 'ਚ? ਨਹੀਂ, ਉਹ ਤਾਂ ਜਿਹੜਾ ਲੈ ਕੇ ਗਿਆ ਹੋਊਗਾ ਉਹਨੂੰ ਪਤਾ ਹੋਊਗਾ ਨਾ। ਅਸੀਂ ਤਾਂ ਆਪਣੀ ਗੱਲ ਕਰਨੀ ਹੈ ਨਾ। ਅਸੀਂ ਬਿਲਕੁਲ ਕਾਂਗਰਸ ਦੀ ਅੱਜ ਮੀਟਿੰਗ ਕੀਤੀ ਆ। ਜਿਹੜੀ ਗੱਲ ਆ ਉਹ ਸਾਰਿਆਂ ਦੇ ਸਾਹਮਣੇ ਕੀਤੀ ਆ, ਕੋਈ ਨਹੀਂ ਕੀਤੀ ਗੱਲ ਬਈ। ਔਰ ਕਾਂਗਰਸ ਦੀ ਵਿੱਚ ਲੋਕਤੰਤਰ ਆ ਕਾਂਗਰਸ ਪਾਰਟੀ 'ਚ, ਕਿਉਂਕਿ ਅਸੀਂ ਗੱਲ ਜਿਹੜੀ ਆਪਣੀ ਹਾਈ ਕਮਾਨ ਤਾਈਂ ਪਹੁੰਚਾ ਦਿੱਤੀ ਆ। ਇਤਰਾਜ਼ ਕੀ ਨੇ ਬਲਵਿੰਦਰ ਸਿੰਘ ਧਾਲੀਵਾਲ ਦੀ ਟਿਕਟ ਤੇ? ਧਾਲੀਵਾਲ ਨਹੀਂ ਪਸੰਦ, ਉਹਦਾ ਕੰਮ ਨਹੀਂ ਪਸੰਦ, ਕਿਹੜੀ ਚੀਜ਼ ਹੈ ਜਿਹੜੀ ਚੀਜ਼ ਕਹਿੰਦੀ ਹੈ ਤੁਹਾਨੂੰ ਕਿ ਨਹੀਂ ਟਿਕਟ ਇਸ ਵਾਰ ਇਹਨੂੰ ਨਹੀਂ ਮਿਲਣੀ ਚਾਹੀਦੀ? ਧਾਲੀਵਾਲ ਸਾਹਿਬ 2019 ਦੇ ਵਿੱਚ ਆਏ ਆ। ਸਾਰੀ ਕਾਂਗਰਸ ਨੇ 26,500 ਵੋਟ ਨਾਲ ਜਿਤਾਇਆ। ਔਰ ਜਦੋਂ ਇਲੈਕਸ਼ਨ ਹੋਈ ਉਹ ਤੋਂ 10 ਦਿਨ ਬਾਅਦ, ਮਹੀਨੇ ਬਾਅਦ ਹੀ ਉਹਨਾਂ ਦੇ ਰੰਗ ਹੋਰ ਹੋ ਗਏ, ਕਿਉਂਕਿ ਉਹ IAS ਅਫਸਰ ਸੀ। ਉਹਨਾਂ ਨੂੰ ਪਤਾ ਨਹੀਂ ਕਾਂਗਰਸ ਦਾ ਕਲਚਰ, ਕਿਉਂਕਿ ਅਸੀਂ ਤਾਂ 10 ਸਾਲ ਸਟਰਗਲ ਕੀਤੀ ਹੈ, ਧਰਨੇ ਲਾਏ, ਪੁਤਲੇ ਫੂਕੇ। ਉਹਨਾਂ ਨੂੰ ਪਤਾ ਨਹੀਂ, ਦਰੀ ਨਹੀਂ ਵਿਛਾਈ ਹੋਣੀ ਉਹਨੇ ਕਦੀ, ਕਿਉਂਕਿ ਉਹ ਤਾਂ ਚੇਅਰ ਤੇ ਬੈਠੇ ਨਾ। ਚੇਅਰ ਤੋਂ ਫੇਰ ਉਹਨਾਂ ਨੂੰ ਲੱਗਦਾ ਸੀ ਵੀ ਮੈਂ ਹੁਣ ਫੇਰ 26,500 ਪੀੜ ਕਰ ਜਾਣੀ ਆ, ਕਿਉਂਕਿ ਉਸ ਟਾਈਮ ਲੋਕਾਂ ਨੇ ਕਾਂਗਰਸ ਦੀ ਜੇ ਮੋਹਰ ਲਾਈ ਆ ਵਿਕਾਸ ਨੂੰ। ਇਹਨਾਂ ਨੇ ਇੰਨਾ ਕੁ ਕੰਮ ਕੀਤਾ, ਜਿਹੜੇ ਮੇਨ ਕਾਂਗਰਸੀ ਆ ਅੱਜ ਘਰਾਂ ਦੇ ਵਿੱਚ ਬੈਠੇ ਆ। ਮੈਂ ਜ਼ਿੰਮੇਦਾਰ ਬੰਦਾ, ਪਾਰਟੀ 'ਚ ਦਿਹਾਤੀ ਪ੍ਰਧਾਨ ਆ। ਮੈਨੂੰ 2 ਸਾਲ ਕਿਸੇ ਨੇ ਪੁੱਛਿਆ ਨਹੀਂ ਵੀ ਤੂੰ ਹੈ ਕਿੱਥੇ ਆ, ਬੈਠਾ ਕਿੱਥੇ। ਬਾਅਦ 'ਚ ਪਾਰਟੀ ਹਾਈ ਕਮਾਂਡ ਨੇ ਮੇਰਾ ਕੰਮ ਦੇਖ ਕੇ ਮੈਨੂੰ ਜ਼ਿਲ੍ਹੇ ਦਾ ਕਾਰਜਕਾਰੀ ਪ੍ਰਧਾਨ ਲਾਇਆ। ਪਰ ਮੈਂ ਪਾਰਟੀ ਨੂੰ ਇਹ ਬੇਨਤੀ ਕੀਤੀ ਸੀ, ਪਹਿਲਾਂ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਸਾਡੇ ਪ੍ਰਧਾਨ ਜੀ ਆ, ਜਾਖੜ ਸਾਹਿਬ ਜੀ ਔਰ ਚੰਨੀ ਸਾਹਿਬ, ਤਿੰਨਾਂ ਨੂੰ ਮੈਂ ਇਹ ਗੱਲ ਕਹੀ ਸੀ, ਫਗਵਾੜਾ ਕਾਂਗਰਸੀ ਆ, ਔਰ ਇੱਥੇ ਤੁਹਾਨੂੰ ਵਿਚਾਰ ਕਰਨੀ ਪੈਣੀ ਹੈ। ਨਵਾਂ ਕੈਂਡੀਡੇਟ ਕਿਹੜਾ ਮਰਜ਼ੀ ਦੇ ਦਿਓ, ਕੋਈ ਕੈਂਡੀਡੇਟ ਨਹੀਂ ਅਸੀਂ ਕਿਹਾ ਵੀ ਇਹਨੂੰ ਦੇ ਦਿਓ, ਉਹਨੂੰ ਦੇ ਦਿਓ, ਜਿਹੜਾ ਤੁਹਾਨੂੰ ਅੱਛਾ ਲੱਗਦਾ। ਸਰਵੇ ਰਿਪੋਰਟਾਂ ਸਾਰੀਆਂ ਨੈਗੇਟਿਵ ਗਈਆਂ, ਸਭ ਕੁਝ ਨੈਗੇਟਿਵ ਗਿਆ। ਮੈਨੂੰ ਨਹੀਂ ਪਤਾ ਇਹਨੇ ਕਿੱਦਾਂ ਮੈਨੇਜ ਕੀਤਾ, ਕਿੱਦਾਂ ਨਹੀਂ ਕੀਤਾ। ਔਰ ਇਹ ਜਿਹੜੀ ਆ ਹਾਈ ਕਮਾਂਡ, ਜਿਹੜੀ ਸਾਡੀ ਪਹਿਲੀ ਮੀਟਿੰਗ ਹੋਈ ਆ ਤੋਂ 3 ਦਿਨ ਪਹਿਲਾਂ, ਉਹ ਤੋਂ ਬਾਅਦ ਹਾਈ ਕਮਾਂਡ ਫਗਵਾੜਾ ਕੌਂਸਟੀਚੁਐਂਸੀ ਲੈ ਕੇ ਵਿਚਾਰ ਕਰ ਰਹੀ ਆ। ਵਿਚਾਰਕਾਰੀ ਮਤਲਬ ਟਿਕਟ ਬਦਲੀ ਜਾ ਸਕਦੀ ਹੈ। ਜੇ ਆਪਾਂ ਇੱਥੇ ਫਗਵਾੜੇ ਦੀ ਗੱਲ ਕਰੀਏ ਤਾਂ ਸਥਿਤੀਆਂ ਇਹ ਬਣ ਗਈਆਂ ਨੇ ਫਗਵਾੜੇ ਦੇ ਵਿੱਚ ਕਿ ਵਿਧਾਇਕ ਮੌਜੂਦਾ ਤੁਹਾਡਾ ਆ, ਤੇ ਤੁਹਾਡੇ ਸਾਬਕਾ ਮੰਤਰੀ ਜਿਹੜੇ 50 ਸਾਲ ਕਾਂਗਰਸ ਨਾਲ ਰਹੇ, ਉਹ ਝਾੜੂ ਫੜ ਕੇ ਉਧਰਲੇ ਪਾਸੇ ਨੂੰ ਤੁਰ ਜਾਂਦੇ ਆ ਤੇ ਅਫਸੋਸ ਵੀ ਜਤਾਉਂਦੇ ਆ ਕਿ ਭਾਈ ਉਹ ਕੰਮ ਨਹੀਂ ਹੋਏ ਜਿਹੜੇ ਹੋਣੇ ਚਾਹੀਦੇ ਸੀਗੇ, ਜਿਨ੍ਹਾਂ ਦਾ ਕਰਕੇ ਮੈਂ ਛੱਡ ਕੇ ਚੱਲਿਆ ਆ। ਤੇ ਹੁਣ ਤੁਸੀਂ ਵੀ ਇਹ 2 ਧਿਰਾਂ ਬਣਦੀਆਂ ਨਜ਼ਰ ਆ ਰਹੀਆਂ ਨੇ। ਇਸ ਤਰੀਕੇ ਨਾਲ ਤਾਂ ਮੰਨ ਕੇ ਚੱਲੋ ਫਿਰ ਤੁਸੀਂ ਵਿਰੋਧੀਆਂ ਨੂੰ ਦੇਤੀ ਹੈ ਸੀਟ? ਨਹੀਂ, ਸੀਟ ਹੀ ਕਾਂਗਰਸ ਜਿੱਤੂਗੀ। ਕੈਂਡੀਡੇਟ ਚੇਂਜ ਕਰਨ ਦੀ ਮੰਗ ਕਰ ਰਹੇ ਹਾਂ ਅਸੀਂ। ਕਾਂਗਰਸ ਕਿੱਦਾਂ ਹਾਰ ਜੂਗੀ? ਕਾਂਗਰਸ ਤਾਂ ਤੁਹਾਨੂੰ ਦੱਸਿਆ ਖੜੀ ਆ। ਨਹੀਂ, ਜੇ ਨਹੀਂ ਤਬਦੀਲ ਕੀਤਾ ਜਾਂਦਾ ਕੈਂਡੀਡੇਟ ਫਿਰ ਕੀ ਕਰੋਗੇ? ਫਿਰ ਅੱਜ ਅਸੀਂ ਤੁਹਾਨੂੰ ਕਹਿਤਾ 11 ਮੈਂਬਰੀ ਕਮੇਟੀ ਬਣਾਈਏ, ਜੋ ਕਮੇਟੀ ਦਾ ਫੈਸਲਾ ਹੋਊਗਾ ਫੈਸਲਾ ਹੋਊਗਾ। ਕਿਉਂ? ਸੋ ਗੁਰਦੀਪ ਦੀਪਾ ਹੋਰੀ ਵੀ ਹੈ, ਕੌਂਸਲਰ ਨੇ ਸਾਡੇ ਨਾਲ। ਇਹ ਵੀ ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਆਏ ਸੀਗੇ ਜਦੋਂ ਧਾਲੀਵਾਲ ਹੋਰਾਂ ਦੀ ਜਿਹੜੀ ਕੰਪੇਨ ਚੱਲਦੀ ਪਈ ਸੀ ਜ਼ਿਮਨੀ ਚੋਣ ਦੇ ਦਰਮਿਆਨ। ਉਦੋਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸੀਗੀ।
ਅਫਸੋਸ ਹੁੰਦਾ ਹੁਣ ਕਾਂਗਰਸ ਚ ਆਣ ਕੇ ਕਿ ਆਹ ਵਾਲੀਆਂ ਨਵੀਆਂ ਚੋਣਾਂ ਆ ਗਈਆਂ, ਪਿਛਲੀਆਂ ਚੋਣਾਂ 'ਚ ਕਾਂਗਰਸ ਚ ਆਏ ਸੀ ਤੇ ਹੁਣ ਇਹਨਾਂ ਚੋਣਾਂ 'ਚ ਨਵਾਂ ਰੇੜਕਾ ਪੈ ਗਿਆ? ਨਹੀਂ, ਅਫਸੋਸ ਕਾਂਗਰਸ 'ਚ ਆਉਣ ਦਾ ਨਹੀਂ ਹੁੰਦਾ। ਅਫਸੋਸ ਇਹ ਹੁੰਦਾ ਕਿ ਅਸੀਂ ਗਲਤ ਬੰਦਿਆਂ ਦੀ ਮਦਦ ਕਰ ਦਿੱਤੀ। ਅਸੀਂ 32 ਸਾਲ ਭਾਰਤੀ ਜਨਤਾ ਪਾਰਟੀ 'ਚ ਲਾਉਣ ਤੋਂ ਬਾਅਦ ਮੇਰੇ ਤੇ ਮੇਰੇ ਸਾਥੀ ਜਿਹੜੇ ਕਾਉਂਸਲਰ ਸੀਗੇ, ਇਹਨਾਂ ਨੇ ਬਹੁਤ ਜ਼ਿਆਦਾ, ਇਹਨਾਂ ਕੋਲ ਬਹੁਤ ਵੱਡੇ ਵੱਡੇ ਅਹੁਦੇ ਸੀ ਪਾਰਟੀ ਦੇ ਵਿੱਚ, ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਸੀ। ਸਾਨੂੰ ਦੁੱਖ ਇਹ ਆ ਕਿ ਅਸੀਂ ਗਲਤ ਬੰਦੇ ਦੀ ਮਦਦ ਕਰਕੇ ਅਸੀਂ ਫਗਵਾੜੇ ਨੂੰ ਭ੍ਰਸ਼ਟ ਵਿਵਸਥਾ ਦੇ ਵਿੱਚ ਧਕੇਲਦਾ। ਜਿਹੜੇ ਇਹ ਲੋਕ ਆ, ਇਹਨਾਂ ਨੇ ਭ੍ਰਸ਼ਟ ਲੋਕਾਂ ਨੂੰ, ਜਿਹੜਾ ਫਗਵਾੜੇ ਦੇ ਲੋਕਾਂ ਨੂੰ ਰਾਜ ਅਸੀਂ ਚਾਹੁੰਦੇ ਸੀ ਜਿਹੜਾ ਸਵੱਛ ਰਾਜ ਮਿਲੇ, ਪਰ ਉਹ ਭ੍ਰਸ਼ਟ ਰਾਜ ਮਿਲਿਆ। ਇਸ ਕਰਕੇ ਸਾਡਾ ਵਿਰੋਧ ਹੈ, ਇਸ ਸਿਸਟਮ ਨਾਲ ਵਿਰੋਧ ਹੈ। ਹੁਣ ਇਸ ਸਭ ਤੋਂ ਬਾਅਦ ਤੁਸੀਂ ਇਹ ਫੈਸਲਾ ਲਿਆ ਕਿ 11 ਮੈਂਬਰੀ ਕਮੇਟੀ ਬਣਾਵਾਂਗੇ। ਹੁਣ 11 ਮੈਂਬਰੀ ਕਮੇਟੀ ਵੀ ਬਣ ਗਈ, ਮੰਨ ਲਓ ਟਿਕਟ ਨਹੀਂ ਬਦਲੀ ਜਾਂਦੀ ਤੇ ਫਿਰ ਉਹਦਾ ਫੈਸਲਾ ਕੀ ਹੋਊਗਾ? ਧਾਲੀਵਾਲ ਦੇ ਪੱਖ 'ਚ ਭੁਗਤਣ ਦਾ ਫੈਸਲਾ ਹੋਏਗਾ, ਕਿਸੇ ਹੋਰ ਉਮੀਦਵਾਰ ਨੂੰ ਜਿਤਾਉਣ ਦਾ ਫੈਸਲਾ ਹੋਏਗਾ? ਕਿਉਂਕਿ ਦੌਰ ਜਿਸ ਤਰੀਕੇ ਨਾਲ ਨਿਕਲ ਰਿਹਾ, ਉਦੋਂ ਬਾਅਦ ਤੁਹਾਡੇ ਕੋਲ ਆਪਣਾ ਕੈਂਡੀਡੇਟ ਖੜਾ ਕਰਨ ਦਾ ਵੀ ਮੌਕਾ ਨਹੀਂ ਹੋਣਾ। ਨਹੀਂ, ਅਸੀਂ ਕੈਂਡੀਡੇਟ ਕੋਈ ਨਹੀਂ ਖੜਾ ਕਰਨਾ। ਸਾਡੀ ਸਿਰਫ ਇੱਕੋ ਹੀ ਸੋਚ ਆ ਕਿ ਜਿਹੜਾ ਇਹ ਫਗਵਾੜੇ ਦਾ ਸਿਸਟਮ ਹੈ, ਇਹਨੂੰ ਸਹੀ ਕਰਨਾ। ਲੋਕਾਂ ਨਾਲ ਜਿਹੜੇ ਅਸੀਂ ਵਾਅਦੇ ਕੀਤੇ ਸੀ, ਜਿਹੜੀ ਲੋਕਾਂ ਦੇ ਕੋਲੋਂ ਅਸੀਂ 26,000 ਵੋਟ ਤੇ ਅਸੀਂ ਆਪਣਾ ਐਮਐਲਏ 2019 ਦੇ ਵਿੱਚ ਜਿਤਾਇਆ ਸੀ, ਉਹਨਾਂ ਲੋਕਾਂ ਨੂੰ ਅਸੀਂ ਜਵਾਬਦੇਹ ਹਾਂ। ਅਸੀਂ ਉਸ ਜਵਾਬਦੇਹੀ ਦੇ ਨਾਲ ਲੈ ਕੇ ਲੋਕਾਂ ਦੇ ਵਿੱਚ ਜਾਣਾ ਆ। ਇਸ ਕਰਕੇ ਅਸੀਂ ਫਗਵਾੜਾ ਬਚਾਓ ਮੰਚ, ਜਾਂ ਕਾਂਗਰਸ ਬਚਾਓ ਮੰਚ ਕਹਿ ਲਓ, ਜਾਂ ਫਗਵਾੜਾ ਬਚਾਓ ਮੰਚ ਕਹਿ ਲਓ, ਇਸ ਕਰਕੇ ਅਸੀਂ ਬਣਾਇਆ ਕਿ ਲੋਕਾਂ ਦੇ ਕੋਲ ਅਸੀਂ ਆਪਣੀ ਗੱਲ ਸਹੀ ਤਰ੍ਹਾਂ ਤਰੀਕੇ ਨਾਲ ਰੱਖ ਸਕੀਏ। ਕਿਉਂਕਿ ਫਗਵਾੜੇ ਦਾ ਜਿਹੜਾ ਸਿਸਟਮ ਆ, ਜੋ ਦਫ਼ਤਰਾਂ ਦਾ ਸਿਸਟਮ ਆ, ਜੋ ਭ੍ਰਸ਼ਟ ਲੋਕ ਅੱਗੇ ਹੋ ਕੇ ਜਿਨ੍ਹਾਂ ਨੇ ਪੈਸਾ ਕਮਾਉਣ ਦੀ ਕੀਤੀ ਆ, ਨਾ ਕਿ ਵਰਕਰ ਨੂੰ ਪੁੱਛਿਆ, ਨਾ ਆਮ ਲੋਕਾਂ ਨੂੰ ਪੁੱਛਿਆ, ਇਸ ਕਰਕੇ ਸਾਡਾ ਵਿਰੋਧ ਆ। ਔਰ ਅਸੀਂ ਉਹ ਵਿਰੋਧ ਸਾਡਾ ਹਮੇਸ਼ਾ ਹੀ ਰਹੂਗਾ, ਚੱਲਦਾ ਰਹਿਣਾ। ਔਰ ਅਸੀਂ ਇਸ ਗੱਲ ਤੇ 11 ਮੈਂਬਰੀ ਜਿਹੜੀ ਕਮੇਟੀ ਆ, ਉਹ ਜਲਦ ਤੋਂ ਜਲਦ ਫੈਸਲਾ ਲਊਗੀ ਕਿ ਅਸੀਂ ਜਿਹੜਾ ਅਗਲਾ ਸਾਡਾ ਸਟੈਪ ਆ ਉਹ ਕੀ ਹੋਊਗਾ। ਦੀਪਾ ਜੀ, ਸਿੱਧਾ ਜਿਹਾ ਸਪਾਟ ਜਿਹਾ ਸਵਾਲ ਆ, ਕੋਈ ਗੋਲਮੋਲ ਗੱਲ ਨਹੀਂ ਆ। ਤੁਸੀਂ ਕਹਿੰਦੇ ਆ ਕਿ 11 ਮੈਂਬਰੀ ਕਮੇਟੀ ਫੈਸਲਾ ਲਊਗੀ, ਕੈਂਡੀਡੇਟ ਅਸੀਂ ਕੋਈ ਖੜਾ ਨਹੀਂ ਕਰਨਾ ਨਵਾਂ। ਇਹਦਾ ਮਤਲਬ ਜਾਂ ਤਾਂ ਉਸੇ ਤਨਖਾਹ ਤੇ ਕੰਮ ਕਰੋਗੇ, ਧਾਲੀਵਾਲ ਹੋਰਾਂ ਦੇ ਪੱਖ 'ਚ ਵੋਟ ਭੁਗਤਾਓਗੇ, ਜਾਂ ਕਿਸੇ ਵਿਰੋਧੀ ਪਾਰਟੀ ਦੇ ਪੱਖ ਦੇ ਵਿੱਚ ਵੋਟ ਭੁਗਤਾਓਗੇ। ਦੋਨਾਂ ਸਥਿਤੀਆਂ ਦੇ ਵਿੱਚੋਂ ਇੱਕ ਹੀ ਚੂਜ਼ ਕਰਨੀ ਪੈਣੀ ਆ। ਦੇਖੋ, ਮੇਰੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਮੈਨੂੰ ਕੁਛ ਵੀ ਕਹਿਣ ਤੋਂ ਗੁਰੇਜ਼ ਨਹੀਂ ਆ ਕਿ ਜਿਹੜੇ ਵਰਕਰ ਅੱਜ ਇੱਥੇ ਆਏ ਆ, ਜਾਂ ਜਿਹੜੀਆਂ ਪਹਿਲਾਂ ਵੀ ਅਸੀਂ ਮੀਟਿੰਗਾਂ ਕੀਤੀਆਂ, ਉਹਦੇ ਵਿੱਚ ਸਾਰਿਆਂ ਦੀ ਇੱਕੋ ਹੀ ਸੋਚ ਆ ਕਿ ਅਸੀਂ ਧਾਲੀਵਾਲ ਦੇ ਨਾਲ ਨਹੀਂ ਚੱਲਣਾ। ਚੱਲਣਾ ਕਿਹਦੇ ਨਾਲ ਆ? ਚੱਲਣਾ ਉਹਦੇ ਨਾਲ ਜਿਹੜਾ ਸਾਨੂੰ ਸਹੀ ਲੱਗੂ, ਜਿਹੜਾ ਫਗਵਾੜੇ ਨੂੰ ਸਹੀ ਬੈਠੂ। ਇਸੇ ਕਰਕੇ 11 ਮੈਂਬਰੀ ਕਮੇਟੀ ਬਣਾਈ ਗਈ ਆ ਕਿ ਉਹ ਇਹ ਤੈਅ ਕਰਨ ਕਿ ਕਿਸ ਬੰਦੇ ਨੂੰ ਜਿਤਾਉਣਾ ਜਿਹੜਾ ਫਗਵਾੜੇ ਨੂੰ ਸਹੀ ਦਸ਼ਾ ਔਰ ਦਿਸ਼ਾ ਦੇ ਸਕੇ। ਵਿਰੋਧੀ ਪਾਰਟੀਆਂ 'ਚ ਕੋਈ ਕੈਂਡੀਡੇਟ ਲੱਗਦਾ ਫਗਵਾੜੇ ਨੂੰ ਸਹੀ ਦਿਸ਼ਾ ਦੇਣ ਵਾਲਾ? 11 ਮੈਂਬਰੀ ਕਮੇਟੀ ਇਸੇ ਕਰਕੇ ਬਣਾਈ। ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿਣਾ ਕਿ ਉਹਦਾ ਜੋ ਫੈਸਲਾ ਹੋਊਗਾ ਸਾਰੇ ਉਹ ਮੰਨਣਗੇ। ਜਿੰਨੇ ਵੀ ਸਾਡੇ ਅੱਜ ਵਰਕਰ ਇੱਥੇ ਆਏ ਨੇ ਕਾਂਗਰਸ ਦੇ, ਉਹ ਸਾਰੇ ਹੀ ਉਸ ਗੱਲ ਤੇ ਖੜੇ ਰਹਿਣਗੇ ਕਿ ਅਸੀਂ ਉਸ ਬੰਦੇ ਨੂੰ ਇੱਕ ਦਬਾ ਜਿਹੜਾ ਮੈਂ ਕਹਿੰਦਾ ਕਿ ਅਸੀਂ ਉਸ ਬੰਦੇ ਨੂੰ ਜਿਤਾਈਏ ਜਿਹੜਾ ਸਾਡੀ ਇੱਜ਼ਤ ਵੀ ਕਰੇ, ਫਗਵਾੜੇ ਦੇ ਲੋਕਾਂ ਨੂੰ ਸਹੀ ਦਸ਼ਾ ਤੇ ਦਿਸ਼ਾ ਦੇਵੇ, ਜੋ ਇਹ ਭ੍ਰਸ਼ਟ ਜੋ ਸਿਸਟਮ ਹੈ ਫਗਵਾੜੇ ਦਾ ਉਹਨੂੰ ਸਹੀ ਕਰੇ। ਸਾਡਾ ਹੋਰ ਕੋਈ ਵੀ ਮੁੱਦਾ ਨਹੀਂ ਹੈ, ਕੋਈ ਗੱਲ ਨਹੀਂ ਆ। ਅਸੀਂ ਲੋਕਾਂ ਨੂੰ ਸਾਫ਼ ਤੇ ਸੋਹਣਾ ਇੱਕ ਫਗਵਾੜਾ ਦੇਣਾ ਚਾਹੁੰਦੇ ਹਾਂ। ਜਦੋਂ ਕਰਪਸ਼ਨ ਦੀ ਗੱਲ ਕਰਦੇ ਆ ਨਾ, ਮੇਰਾ ਖਿਆਲ ਹੈ ਕਿ ਤੁਸੀਂ ਧਾਲੀਵਾਲ ਹੋਰਾਂ ਦੇ ਉੱਤੇ ਨਹੀਂ ਸਵਾਲ ਚੁੱਕਦੇ, ਪੂਰੀ ਦੀ ਪੂਰੀ ਕਾਂਗਰਸ ਦੇ ਸਿਸਟਮ ਤੇ ਸਵਾਲ ਚੁੱਕ ਦਿੰਦੇ ਹੋ, ਕਿਉਂਕਿ ਉਹ ਵਿਧਾਇਕ ਸੀਗੇ, ਉਹਨਾਂ ਦੀ ਅਧੀਨਗੀ ਦੇ ਵਿੱਚ ਸਾਰੀਆਂ ਚੀਜ਼ਾਂ ਚੱਲਦੀਆਂ ਸੀਗੀਆਂ। ਤੁਸੀਂ ਪੂਰੇ ਕਾਂਗਰਸ ਨੂੰ ਵਿੱਚ ਲਪੇਟ ਲੈਂਦੇ ਹੋ। ਪਰ ਮੈਨੂੰ ਲੱਗਦਾ ਇੱਕ ਮਲਾਲ ਤਾਂ ਤੁਹਾਨੂੰ ਇਹ ਵੀ ਹੋਣਾ ਆ ਕਿ ਜੇ ਇਸ ਕਾਰਜਕਾਲ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋ ਜਾਂਦੀਆਂ, ਇੱਕ ਮੌਕਾ ਹੋਰ ਬਣਨਾ ਸੀ ਕੌਂਸਲਰ ਬਣਨ ਦਾ, ਪਰ ਕੁਝ ਹੇਰ-ਫੇਰ ਇਹੋ ਜਿਹਾ ਹੋਏ, ਕੁਝ ਦਿੱਕਤਾਂ ਇਹੋ ਜਿਹੀਆਂ ਆਈਆਂ, ਕੁਝ ਨੂੰ ਬਣਾਉਣ ਦੇ ਲਈ ਤੇ ਕੁਝ ਨੂੰ ਢਾਉਣ ਦੇ ਲਈ, ਕਿ ਉਹ ਚੋਣ ਹੀ ਨਹੀਂ ਹੋ ਸਕੀ, ਰੱਦ ਹੋ ਗਈ। ਇਹ ਵੀ ਮਲਾਲ ਰਿਹਾ ਹੋਊਗਾ ਨਾ ਮਨ 'ਚ? ਮਲਾਲ ਮੈਨੂੰ ਇਕੱਲੇ ਨੂੰ ਨਹੀਂ ਆ, 50 ਵਾਰਡ ਸੀਗੇ ਜਿਹਦੇ ਵਿੱਚੋਂ ਅਸੀਂ 40 ਜਿੱਤਦੇ ਸੀ। ਸਾਡੀ ਇੱਕ ਕਮੇਟੀ ਬਣੀ ਸੀ ਜਿਹਦਾ ਇੱਕ ਸਰਵੇ ਸੀ ਕਿ ਫਗਵਾੜਾ ਕਾਂਗਰਸ ਪਹਿਲੀ ਵਾਰ ਨਗਰ ਨਿਗਮ ਤੇ ਕਬਜ਼ਾ ਕਰੂਗੀ, ਇਹਦਾ ਆਪਣਾ ਮੇਅਰ ਹੋਊਗਾ ਔਰ 40 ਘੱਟ ਤੋਂ ਘੱਟ ਕਾਉਂਸਲਰ ਲੈ ਕੇ ਅਸੀਂ ਮੇਅਰ ਬਣਾਵਾਂਗੇ। ਪਰ ਆਪਣੇ ਚਹੇਤਿਆਂ ਨੂੰ, ਆਪਣੇ ਕਮਾਊ ਪੁੱਤ ਨੂੰ ਮੇਅਰ ਬਣਾਉਣ ਦੀ ਖਾਤਰ ਸਾਰਿਆਂ ਦੇ ਨਾਲ ਇਹਨਾਂ ਨੇ ਧੋਖਾ ਕੀਤਾ। ਜਿਨ੍ਹਾਂ ਨੇ ਇਲੈਕਸ਼ਨ ਲੜਨਾ ਸੀ, ਬਹੁਤ ਮਿਹਨਤ ਕੀਤੀ ਆ, ਬਹੁਤ ਮਿਹਨਤ ਕੀਤੀ। 50 ਜਿਨ੍ਹਾਂ ਨੇ ਇਲੈਕਸ਼ਨ ਲੜਨਾ ਸੀ, 50 ਬੰਦਿਆਂ ਨੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਹਰ ਬੰਦਾ ਚਾਹੁੰਦਾ ਕਿ ਮੈਨੂੰ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੇ, ਕਿ ਅਸੀਂ 4 ਲੱਖ ਦੀ ਆਬਾਦੀ 'ਚ ਜਦੋਂ 50 ਬੰਦੇ ਚੁਣ ਕੇ ਆਉਂਦੇ, ਹਰ ਬੰਦੇ ਨੂੰ ਮਾਣ ਹੁੰਦਾ ਕਿ ਮੈਂ ਕਾਂਗਰਸ ਪਾਰਟੀ ਵੱਲੋਂ ਜਿੱਤ ਕੇ ਆਇਆ, ਮੈਂ ਇੰਨੇ ਬੰਦਿਆਂ 'ਚੋਂ ਜਿੱਤ ਕੇ ਆਇਆ, ਮੈਨੂੰ ਪਾਰਟੀ ਨੇ ਟਿਕਟ ਦਿੱਤੀ ਆ। ਅਸੀਂ ਇਹੀ ਚਾਹੁੰਦੇ ਸੀ ਕਿ ਲੋਕਾਂ ਦੇ ਵਿੱਚ ਅਸੀਂ ਇਹ ਜੋ ਸਾਡਾ 26,000 ਤੇ ਅਸੀਂ ਮਿਹਨਤ ਕਰਕੇ ਆਪਣੇ ਐਮਐਲਏ ਨੂੰ ਜਿਤਾਇਆ, ਇਦਾਂ ਹੀ ਅਸੀਂ ਆਪਣੇ ਕਾਉਂਸਲਰ ਜਿਤਾਈਏ। ਪਰ ਉਹ ਲੋਕਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਸੇਵਾ ਕਰਨ ਦਾ। ਇੱਕ ਰਾਜੂ ਜੀ ਸਵਾਲ ਆ ਕਿ ਮੰਚ ਤੋਂ ਨਾ ਵਾਰ-ਵਾਰ ਇੱਕ ਸੰਬੋਧਨ ਕੀਤਾ ਜਾ ਰਿਹਾ ਸੀ, ਹਾਈ ਕਮਾਨ ਨਾਲ ਗੱਲ ਹੋ ਗਈ ਆ, ਇਸ ਸੀਟ ਤੇ ਰਿਵਿਊ ਜਿਹੜਾ ਉਹ ਚੱਲਦਾ ਪਿਆ। ਸੱਚੀ ਉਹ ਰਿਵਿਊ ਚੱਲਦਾ ਜਾਂ ਲੋਕਾਂ ਨੂੰ ਬੈਠਿਆਂ ਨੂੰ ਥੋੜਾ ਜਿਹਾ ਹੌਸਲਾ ਦੇਣ ਲਈ ਇਹ ਗੱਲ ਕਹੀ ਸੀ? ਤੁਹਾਡੇ ਮੈਨੂੰ ਲੱਗਦਾ ਸ਼ਾਇਦ ਚੈਨਲ ਨੇ ਵੀ ਨਿਊਜ਼ ਲਾਈ ਆ ਵੀ 2 ਸੀਟਾਂ ਤੇ ਚੱਲ ਰਿਹਾ,
ਲਾਈ ਆ ਮੈਨੂੰ ਲੱਗਦਾ। ਔਰ ਇਹ ਬਿਲਕੁਲ ਸੱਚੀ ਚੱਲਦਾ, ਨਹੀਂ ਤਾਂ ਤੁਸੀਂ ਇੱਦਾਂ ਕਰੋ ਮੇਰੇ ਫੋਨ ਲਾਓ ਤੇ ਉਹਦੇ ਵਿੱਚ ਡਿਟੇਲ ਕੱਢ ਲਓ ਵੀ ਦਫ਼ਤਰੋਂ ਇੰਚਾਰਜ ਸਾਹਿਬ ਦਾ ਫੋਨ ਆਇਆ, ਜਿਹੜੇ ਅਜਰਬਰ ਆ ਉਹਨਾਂ ਦਾ ਫੋਨ ਆਇਆ, ਔਰ ਅਸੀਂ ਹੁਣੇ ਹੀ ਸਿੱਧੂ ਸਾਹਿਬ ਨੂੰ ਮਿਲ ਰਹੇ ਆ। ਇਹ ਬਿਲਕੁਲ ਚੱਲ ਰਹੀ ਹੈ ਗੱਲ। ਮਤਲਬ ਧਾਲੀਵਾਲ ਸਾਹਿਬ ਦੀ ਜਿਹੜੀ ਇਹ ਟਿਕਟ ਆ ਉਹ ਕੱਟੀ ਜਾ ਸਕਦੀ, ਇਦਾਂ ਦੀ ਸੰਭਾਵਨਾ ਨਜ਼ਰ ਆਉਂਦੀ ਹੈ? 99%। 1% ਅਜੇ ਵੀ ਹੈਗਾ। ਕੁੱਲ ਮਿਲਾ ਕੇ ਇਹ ਚੀਜ਼ ਦੇਖੀ ਜਾ ਸਕਦੀ ਹੈ ਕਿ 4 ਹਲਕੇ, ਇਹ ਵਿਸ਼ੇਸ਼ ਤੌਰ ਤੇ ਧਿਆਨ ਮੰਗਦੀ ਚੀਜ਼ ਹੈ। 4 ਹਲਕੇ ਜਿਨ੍ਹਾਂ ਹਲਕਿਆਂ ਦੇ ਵਿੱਚੋਂ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਚਿੱਠੀ ਜਾਂਦੀ ਹੈ, ਉਹਨਾਂ 4 ਹਲਕਿਆਂ ਦੇ ਵਿੱਚੋਂ ਘੱਟੋ ਘੱਟ 2 ਹਲਕੇ ਇਹੋ ਜਿਹਾ ਸਿਰ ਚੜ੍ਹ ਬੋਲਣ ਲੱਗ ਪਏ ਆ ਜਿੱਥੋਂ ਕਾਂਗਰਸ ਦੇ ਅੰਦਰ ਬਗਾਵਤ ਬੜੀ ਸਿਖਰ ਤੇ ਚੱਲਦੀ ਪਈ ਹੈ। ਇੱਕ ਫਗਵਾੜੇ ਦਾ ਹਲਕਾ ਆ, ਦੂਸਰਾ ਸੁਲਤਾਨਪੁਰ ਲੋਧੀ ਦਾ ਹਲਕਾ, ਜਿੱਥੋਂ ਰਾਣਾ ਗੁਰਜੀਤ ਦਾ ਆਪਣਾ ਬੇਟਾ ਚੋਣ ਮੈਦਾਨ ਦੇ ਵਿੱਚ ਨਿਤਰਿਆ ਹੋਇਆ। ਹੁਣ ਇਹ ਕਹਾਣੀ ਜਾਂਦੀ ਕਿਹੜੇ ਪਾਸੇ ਨੂੰ, ਮੇਰਾ ਖਿਆਲ ਹੈ ਸਾਡੇ ਦਰਸ਼ਕ ਸਾਡੇ ਨਾਲੋਂ ਕਿਤੇ ਜ਼ਿਆਦਾ ਸਮਝਦਾਰ ਹੈ, ਪਰ ਇੰਨਾ ਜ਼ਰੂਰ ਹੈ ਕਿ ਇਹ ਕਾਂਗਰਸ ਦੀ ਪਾਟੋ ਧਾੜ ਕਾਂਗਰਸ ਨੂੰ ਇਹਨਾਂ ਸੀਟਾਂ ਤੇ ਮਹਿੰਗੀ ਸਾਬਤ ਹੋ ਸਕਦੀ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।